पंजाब एग्रो दे 5 रिवर ने पाई ऐसी धमाल, आर्गेनिक फार्मिंग दी ओ कीती कायम मसाल। इस ऑर्गेनिक खेती नू आओ सर्टिफाई कराइए, आटा चावल किन्नू दलिया इस ब्रांड दा खाइए। ए जैविक खेती उत्पादां दा नहीं है कोई मेल, हल्दी छोले बासमती कनोला सरों दा तेल। ओ जहरा मुक्त दा खेती वीरो आ जो रले बनाइए, अपने सोहणे पंजाब नू मुड़ तंदुरुस्त बनाइए, मुड़ तंदुरुस्त बनाइए। आम किसान नू बनावे हाई अचीवर, पंजाब एग्रो दा 5 रिवर। पंजाब एग्रो के हफ्तावारी प्रोग्राम 5 रिवर ਨੂੰ ਲੈ ਕੇ मैं बालमुकुंद शर्मा एक बार फिर ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਦੋਸਤੋ ਅੱਜ ਜੋ ਵਿਸ਼ਾ ਤੁਹਾਡੇ ਗੋਚਰੇ ਲੈ ਕੇ ਆਏ ਆ ਉਹਦਾ ਸੰਬੰਧ ਹਰ ਕਿਸਾਨ ਨਾਲ ਬਲਕਿ ਹਰ ਇਨਸਾਨ ਨਾਲ ਆ, ਕਿਉਂਕਿ ਮੌਸਮ ਦੀ ਪੂਰਵ ਜਾਣਕਾਰੀ ਜੇ ਸਾਨੂੰ ਹੋ ਜਵੇ ਤਾਂ ਅਸੀਂ ਆਪਣੇ ਕਈ ਕੰਮ ਸਵਾਰ ਲੈਂਦੇ ਆ, ਕਈ ਕੰਮ ਵਿਗੜਨ ਤੋਂ ਬਚਾ ਲੈਂਦੇ ਆ। ਖਾਸ ਤੌਰ ਤੇ ਕਿਸਾਨ ਵੀਰ ਜਿਹੜੇ ਆ ਉਹਨਾਂ ਵਾਸਤੇ ਤਾਂ ਭਵਿੱਖਬਾਣੀ ਮੌਸਮ ਦੀ ਬਹੁਤ ਵੱਡਾ ਵਰਦਾਨ ਹੁੰਦੀ ਆ, ਕਿਉਂਕਿ ਜੇ ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਕੈਸਾ ਰਹੇਗਾ ਤਾਂ ਤੁਸੀਂ ਆਪਣੇ ਜਿਹੜੇ ਕੰਮ ਹੈਗੇ ਆ ਉਹਦੀ ਵਿਉਂਤਬੰਦੀ ਕਰ ਸਕਦੇ ਹੋ। ਇਸ ਕਰਕੇ ਜੋ ਵਿਸ਼ਾ ਚੁਣਿਆ ਸੀ ਉਹ ਹੈ ਮੌਸਮ ਦੀ ਭਵਿੱਖਬਾਣੀ ਦਾ ਖੇਤੀਬਾੜੀ 'ਤੇ ਪ੍ਰਭਾਵ, ਅਤੇ ਭਾਗ ਲੈਣ ਲਈ ਸੱਦਾ ਦਿੱਤਾ PAU ਦੇ ਇਹਨਾਂ ਵਿਸ਼ਿਆਂ ਦੇ ਮਾਹਰ ਅਤੇ ਕਲਾਈਮੈਕਸ ਚੇਂਜ ਐਗਰੋਮੈਟਰੋਲੋਜੀ ਡਾਕਟਰ ਮੈਡਮ ਪ੍ਰਭਜੋਤ ਕੌਰ ਸਿੱਧੂ ਜੀ, ਅਤੇ ਕਿਸਾਨਾਂ ਦਾ ਪੱਖ ਰੱਖਣ ਲਈ ਸੱਦਾ ਦਿੱਤਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਗਾਂਹ ਵਧੂ ਕਿਸਾਨ ਸਰਦਾਰ ਪਲਵਿੰਦਰ ਸਿੰਘ ਜੀ। ਮੈਂ ਜੀ ਆਇਆਂ ਕਹਿੰਦਾ ਆਪਣੀ ਤਰਫੋਂ, ਸਾਡੇ ਦਰਸ਼ਕਾਂ ਤਰਫੋਂ। ਮੈਡਮ ਜੀ ਤੁਹਾਨੂੰ, ਪਲਵਿੰਦਰ ਜੀ ਤੁਹਾਨੂੰ। ਅਤੇ ਅੱਜ ਗੱਲ ਆਪਾਂ ਮੈਡਮ ਮੌਸਮ ਵਿਗਿਆਨ ਦੀ ਕਰਨੀ ਆ। ਤੁਹਾਡੇ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਮੌਸਮ ਵਿਗਿਆਨ ਜਿਹੜਾ ਉਹ ਹੈ ਕੀ ਆ? मौसम विज्ञान बेसिकली एक साइंस है। साइंस है कि फसलों के उत्ते मौसम का की प्रभाव होंदा है। ਇਹਦੇ ਵਿੱਚ ਅਸੀਂ ਇਹ ਦੇਖਦੇ ਹੈਗੇ ਆ ਕਿ ਸਾਡੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਫਸਲਾਂ ਨੇ, ਭਾਵੇਂ ਉਹ ਕਣਕ ਝੋਨਾ ਹੋਵੇ, ਭਾਵੇਂ ਉਹ ਸਬਜ਼ੀਆਂ ਹੋਣ, ਨਰਮਾ ਹੋਵੇ ਜਾਂ ਗੰਨਾ ਹੈਗਾ ਹੈ ਜੀ, ਜਾਂ ਸਾਡੇ ਜਿਹੜੇ ਫੁੱਲ ਬੂਟੇ ਨੇ, ਸਬਜ਼ੀਆਂ ਨੇ, ਉਹਨਾਂ ਦੇ ਉੱਤੇ ਮੌਸਮ ਦਾ ਕੀ ਪ੍ਰਭਾਵ ਹੈ, ਕਿਉਂਕਿ ਮੌਸਮ ਦਾ ਫਸਲਾਂ ਉੱਤੇ ਬਹੁਤ ਹੀ ਵੱਡਾ ਪ੍ਰਭਾਵ ਹੁੰਦਾ ਹੈ। ਸੋ ਇਹ ਸਾਡੇ ਵਿਭਾਗ ਦੇ ਵਿੱਚ ਅਸੀਂ ਇੱਕ ਤਾਂ ਇਹ ਜਿਹੜਾ ਰਿਲੇਸ਼ਨ ਹੈਗਾ ਜਾਂ ਇਹਦਾ ਅਸਰ ਹੈਗਾ ਉਹ ਸਟੱਡੀ ਕਰਦੇ ਹੈਗੇ ਆ। ਦੂਸਰੇ ਅਸੀਂ ਮੌਸਮ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਡੇ ਅਲੱਗ-ਅਲੱਗ ਤਰੀਕਿਆਂ ਨਾਲ ਅਸੀਂ ਜਾਣਕਾਰੀ ਇਕੱਠੀ ਕਰਕੇ ਉਹ ਅੱਗੇ ਮੌਸਮ ਵਿਗਿਆਨ ਕਹਿੰਦੇ ਆ ਜੀ, ਇਹਨੂੰ ਮੌਸਮ ਵਿਗਿਆਨ ਕਿਹਾ ਜਾਂਦਾ ਹੈ। ਤੇ ਪ੍ਰਵਿੰਦਰ ਸਿੰਘ ਜੀ, ਤੁਸੀਂ ਆਪ ਕਿਸਾਨ ਹੈਗੇ ਆ, ਤੁਹਾਨੂੰ ਤਾਂ ਬੜੇ ਮਾਣ ਸਨਮਾਨ ਮਿਲੇ ਹੋਏ ਆ, ਕਾਫੀ ਡੈਕੋਰੇਟਡ ਫਾਰਮਰ ਤੁਸੀਂ ਹੈਗੇ ਆ, ਤਾਂ ਤੁਸੀਂ ਕਿਸਾਨਾਂ ਦੇ ਪੱਖ ਤੋਂ ਦੱਸੋ ਵੀ ਕਿਸਾਨ ਜਿਹੜੇ ਆ ਉਹ PAU ਦੇ ਇਸ ਵਿਭਾਗ ਤੋਂ ਕੀ ਤਵੱਕੋ ਰੱਖਦੇ ਆ? ਜਿਹੜਾ ਮੌਸਮ ਵਿਗਿਆਨ ਦੀ ਆਪਾਂ ਗੱਲ ਕਰਦੇ ਹਾਂ, ਜੇ ਪੂਰਵ ਅਨੁਮਾਨ ਜੇ ਕਿਸਾਨ ਨੂੰ ਸਹੀ ਤਰੀਕੇ ਨਾਲ ਮਿਲ ਜਾਂਦਾ ਤਾਂ ਉਹ ਆਪਣੇ ਆਉਣ ਵਾਲੇ ਜਿਹੜਾ ਉਹਨੇ ਕੋਈ ਵਿਉਂਤਬੰਦੀ ਕਰਨੀ ਆ, ਸਪਰੇਅ ਕਰਨੀ ਆ, ਜਾਂ ਉਹਨੇ ਕੋਈ ਫਸਲ ਕੱਟਣੀ ਆ, ਜਾਂ ਉਹਨੂੰ ਪਾਣੀ ਲਾਉਣਾ, ਉਹ ਜੇ ਉਹਨੂੰ ਪੂਰਵ ਅਨੁਮਾਨ ਮਿਲ ਜਾਵੇ ਵੀ ਕੀ ਮੌਸਮ ਆਉਣ ਵਾਲੇ ਦਿਨਾਂ 'ਚ ਕਿਵੇਂ ਰਹੂਗਾ ਤਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ। ਨਹੀਂ ਕਈ ਵਾਰ ਆਪਣਾ ਕਾਫੀ ਨੁਕਸਾਨ ਹੋ ਜਾਂਦਾ। ਇਸ ਵਾਸਤੇ ਜਿਹੜਾ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕਰੀ ਜਾਂਦੀ ਆ ਉਹ ਕਾਫੀ ਕੰਮ ਆਉਂਦੀ, ਉਹ ਬਹੁਤ ਕਿਸਾਨਾਂ ਦੇ ਬਹੁਤ ਜ਼ਿਆਦਾ ਲਾਹੇਵੰਦ ਹੈ। ਅਤੇ ਮੈਡਮ ਜਦੋਂ ਆਪਾਂ ਜਾਣਕਾਰੀ ਦੀ ਗੱਲ ਕਰਦੇ ਹਾਂ ਤਾਂ ਮੌਸਮ ਦੀ ਜਾਣਕਾਰੀ ਤੁਸੀਂ ਕਿੱਥੋਂ ਅਤੇ ਕਿਵੇਂ ਪ੍ਰਾਪਤ ਕਰਦੇ ਆ? ਮੌਸਮ ਦੀ ਜਾਣਕਾਰੀ, ਕਿਉਂਕਿ ਦੇਖੋ ਮੌਸਮ ਜਿਹੜਾ ਇੱਕ ਕੰਟੀਨਿਊਅਸ ਸਿਸਟਮ ਹੈ, ਉਹਦੇ 'ਤੇ ਕੋਈ ਨਾ ਤਾਂ ਕੋਈ ਸਟੇਟ ਬਾਉਂਡਰੀ ਹੈ ਨਾ ਕੋਈ ਨੈਸ਼ਨਲ ਬਾਉਂਡਰੀ ਹੈ, ਬਦਲ ਵੀ ਹੁੰਦੇ ਰਹਿੰਦੇ ਆ ਜੀ, ਉਹ ਤਾਂ ਬਦਲਦੇ ਰਹਿੰਦੇ ਹੈਗੇ ਆ। ਸੋ ਇੱਕ ਰੀਜਨ 'ਚ ਜਿਹੜਾ ਮੌਸਮ ਹੁੰਦਾ ਹੈ ਉਹਦਾ ਦੂਸਰੇ ਰੀਜਨ 'ਚ ਪ੍ਰਭਾਵ ਹੁੰਦਾ ਹੀ ਹੁੰਦਾ ਹੈ। ਸੋ ਇਸ ਕਰਕੇ ਸਾਡਾ ਜਿਹੜਾ ਨੈਸ਼ਨਲ ਲੈਵਲ 'ਤੇ ਅਦਾਰਾ ਹੈ ਉਹਨੂੰ ਕਹਿੰਦੇ ਹੈਗੇ ਆ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ। ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਨੈਸ਼ਨਲ ਲੈਵਲ 'ਤੇ ਏਜੰਸੀ ਹੈ, ਐਂਡ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਹਿਮਾਲਿਆ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਸਮੁੰਦਰ ਦੇ ਵਿੱਚ ਵੀ, ਪਹਾੜਾਂ 'ਤੇ ਵੀ, ਰੇਗਿਸਤਾਨਾਂ 'ਚ ਵੀ, ਹਰ ਜਗ੍ਹਾ 'ਤੇ ਉਹਨਾਂ ਦੇ ਆਬਜ਼ਰਵੇਸ਼ਨਲ ਨੈਟਵਰਕ ਬਣਿਆ ਹੋਇਆ ਹੈ IMD ਦੇ ਜੀ। IMD ਦੇ ਉਹ ਸੈਟਲਾਈਟ ਦੇ ਥਰੂ ਬੱਦਲਾਂ ਦੀ ਤਸਵੀਰ ਲੈਂਦੇ ਨੇ, ਫਿਰ ਉਹਨਾਂ ਦੇ ਹਵਾ ਦੇ ਦਬਾਅ ਦੇ ਨਕਸ਼ੇ ਲਏ ਜਾਂਦੇ ਨੇ। ਉਹਦੇ 'ਚ ਉਹਨੂੰ ਕਹਿੰਦੇ ਆ ਜੀ ਪਾਇਲਟ ਬੈਲੂਨਸ। ਉਹਦੇ ਵਿੱਚ ਬਲੂਨ ਨੂੰ ਛੱਡਿਆ ਜਾਂਦਾ ਹੈਗਾ ਆ, ਉਹਦੇ ਵਿੱਚ ਉਪਕਰਨ ਲੱਗੇ ਹੁੰਦੇ ਆ, ਅਤੇ ਜਿਸ ਤਰ੍ਹਾਂ ਉਹ ਸਾਡੇ ਐਟਮੋਸਫੇਅਰ 'ਚ ਤਾਂ ਨੂੰ ਜਾਂਦਾ ਹੈ। ਸੋ ਉਹ ਸਾਰੀ ਇਨਫੋਰਮੇਸ਼ਨ ਇਕੱਠੀ ਕਰਦਾ ਹੈ। ਸੋ IMD ਦਾ ਜਿਹੜਾ ਕੰਮ ਹੈਗਾ ਆ ਉਹ 24/7 ਜਿਹਨੂੰ ਕਹੀਦਾ ਨਾ ਚੱਲਦਾ ਹੈਗਾ ਆ। 24 ਘੰਟੇ ਹਾਂਜੀ, 24 ਘੰਟੇ ਚੱਲਦਾ ਹੈ। ਉਹਨਾਂ ਦੇ ਹਰ ਟਾਈਮ 'ਤੇ ਆਉਂਦੇ ਰਹਿੰਦੇ ਆ।
ਐਂਡ ਉਹ ਇਹ ਸਾਰੀ ਇਨਫੋਰਮੇਸ਼ਨ ਲੈ ਕੇ ਨਾਲ ਦੇ ਨਾਲ ਉਹਨਾਂ ਕੋ ਗਰਾਊਂਡ ਆਬਜ਼ਰਵੇਟਰੀਜ਼ ਹੈ, ਜਿਵੇਂ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਮੈਟਰੋਲੋਜੀਕਲ ਆਬਜ਼ਰਵੇਟਰੀ ਬਣੀ ਸੀ ਉਹ 1970 ਦੇ ਵਿੱਚ ਇਸਟੈਬਲਿਸ਼ ਹੋਈ ਸੀ। ਇਸ ਤਰ੍ਹਾਂ ਹੀ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਸਟੇਸ਼ਨ ਨੇ ਤੇ ਹੁਣ ਤੇ ਉਹਨਾਂ ਨੇ ਆਪਣਾ ਨੈਟਵਰਕ ਇੰਨਾ ਵਧਾ ਲਿਆ ਹੈ ਕਿ ਉਹਨਾਂ ਨੇ ਆਟੋਮੈਟਿਕ ਵੈਦਰ ਸਟੇਸ਼ਨਸ ਲਾ ਰਹੇ ਆ। ਸੋ ਇਹ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਕੰਟੀਨਿਊਸ, ਉਹਨਾਂ ਦਾ ਦਿੱਲੀ ਤੇ ਪੂਨੇ ਦੇ ਵਿੱਚ ਹੈੱਡਕੁਆਟਰ ਹੈ, ਉੱਥੇ ਉਹ ਜਾਣਕਾਰੀ ਜਾਂਦੀ ਰਹਿੰਦੀ ਹੈ, ਉਹ ਸਾਰੀ ਇਨਫੋਰਮੇਸ਼ਨ ਜਨਰੇਟ ਕਰਦੇ ਆ। ਐਂਡ ਜਿਵੇਂ ਅਸੀਂ ਪੰਜਾਬ ਸਾਡਾ ਇੱਕ ਸਟੇਟ ਹੈਗਾ ਹੈ, ਸਾਨੂੰ ਸਾਡੇ ਸਟੇਟ ਦੀ ਜਾਣਕਾਰੀ ਮਿਲਦੀ ਹੈ। ਤੇ ਤੁਸੀਂ ਜਿਹੜਾ ਜਿਵੇਂ ਪੰਜਾਬ ਦੀ ਗੱਲ ਕਰਦੇ ਆ ਤੇ ਮੌਨਸੂਨ ਕਦੋਂ ਆਊ, ਕਿੰਨੀ ਮਾਤਰਾ 'ਚ ਆਊ, ਇਹ ਤੁਸੀਂ ਉਹਨਾਂ ਕੋਲ ਲੈ ਕੇ ਦਿੰਦੇ ਫਿਰ? ਜੀ ਜਿਹੜਾ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਉਹ ਮੌਨਸੂਨ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਐਗਰੀਕਲਚਰ ਹੈ, ਭਾਵੇਂ ਚਲੋ ਪੰਜਾਬ ਦੇ ਵਿੱਚ ਤਾਂ ਆਪਾਂ ਇਰੀਗੇਟਡ 'ਚ ਆ ਜਾਂਦੇ ਆ, ਪਰ ਜਿਹੜੇ ਬਾਕੀ ਸੂਬੇ ਨੇ ਉਹਨਾਂ ਦੇ ਵਿੱਚ ਹਾਂਜੀ ਬਰਾਨੀ ਹੈ, ਰੇਨਫੈਡ ਹੈ, ਸੋ ਉੱਥੇ ਵਾਸਤੇ ਉਹ ਜਾਣਕਾਰੀ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਆਪਣੀ ਪਹਿਲੀ ਫੋਰਕਾਸਟ ਅਪ੍ਰੈਲ ਮਹੀਨੇ 'ਚ ਦਿੰਦੇ ਨੇ, ਉਹਦੇ ਵਿੱਚ ਉਹ ਦੱਸਦੇ ਆ ਵੀ ਕਦੋਂ ਆਏਗਾ ਜਾਂ ਕੇਰਲਾ 'ਚ ਕਦੋਂ ਸ਼ੁਰੂ ਹੋਊਗਾ, ਕਿੱਦਾਂ ਵਧੂਗਾ। ਬਿਲਕੁਲ ਬਿਲਕੁਲ। ਫਿਰ ਉਹਦੇ ਬਾਅਦ ਉਹ ਜੂਨ 'ਚ ਦਿੰਦੇ ਹੈਗੇ ਆ। ਫਿਰ ਜਦੋਂ ਕੇਰਲਾ ਕੋਸਟ 'ਤੇ ਆ ਜਾਂਦਾ ਹੈਗਾ, ਜਿਵੇਂ ਇਸ ਵਾਰੀ 3 ਜੂਨ ਨੂੰ ਆਇਆ, ਐਂਡ ਉਹਨਾਂ ਨੇ ਨਾਲ ਦੇ ਨਾਲ ਸਾਨੂੰ ਫੋਰਕਾਸਟ ਦਿੰਦੇ ਰਹਿੰਦੇ ਆ। ਅਸੀਂ ਆਪਣੇ ਅੱਗੇ ਅਲੱਗ-ਅਲੱਗ ਜਿਹੜੇ ਸਾਡੇ ਮੀਡੀਅਮਸ ਨੇ ਉਹਦੇ 'ਚ ਸਾਡੇ AMFUs ਹੈਗੇ ਨੇ ਜਾਂ ਸਾਡੇ WhatsApp ਗਰੁੱਪ ਨੇ ਜਾਂ ਹੋਰ ਜਿੰਨੇ ਵੀ ਮੀਡੀਅਮਸ ਨੇ, ਇਹਨਾਂ ਦੇ ਥਰੂ ਅਸੀਂ ਲੋਕਾਂ ਤੱਕ ਸਪਰੈਡ ਕਰ ਦਿੰਦੇ ਹਾਂ। ਤੇ ਕੁਲਵਿੰਦਰ ਸਿੰਘ ਜੀ, ਤੁਸੀਂ ਕਿਸਾਨ ਦੇ ਤੌਰ ਤੇ ਇਹ ਜਾਣਕਾਰੀ ਕਿੱਥੋਂ ਪ੍ਰਾਪਤ ਕਰਦੇ ਆ, ਤੁਹਾਡੇ ਤੱਕ ਪਹੁੰਚਦੀ ਕਿਵੇਂ ਜਾਣਕਾਰੀ? ਜਿਹੜੀ ਮੌਸਮ ਦੀ ਜਾਣਕਾਰੀ ਹੈ ਜੀ, ਉਹ ਪਹਿਲਾਂ ਜਿਹੜਾ ਹੋ ਗਿਆ ਸੀਗਾ, ਬਜ਼ੁਰਗ ਅੱਗੇ ਪੁਰਾਣਾ ਡਾਟਾ ਲੈ ਲੈਂਦੇ ਸੀਗੇ ਵੀ ਪਿਛਲੇ ਸਾਲ ਜੀ ਐ ਮੀਂਹ ਪਿਆ ਸੀ, ਹਾੜ ਸੌਣ। ਹਾਂ ਜੀ। ਤੇ ਹੁਣ ਜਿਹੜਾ ਹੈਗਾ ਟੈਕਨੋਲੋਜੀ ਦਾ ਯੁੱਗ ਹੈ ਜੀ, ਤੇ ਜਿੱਦਾਂ PAU ਦੀ ਐਪਸ ਨੇ, ਜਿੱਦਾਂ ਮੇਘਦੂਤ ਐਪ ਹੈ ਤੇ PAU ਦੀ ਆਪਣੀ ਇੱਕ ਐਪ ਹੈ, ਜਾਂ ਜਿਹੜਾ ਸਾਨੂੰ PAU ਵੱਲੋਂ ਇੱਕ ਮੈਸੇਜ ਕਨਵੇ ਕੀਤਾ ਜਾਂਦਾ, ਇੱਕ ਹਫ਼ਤੇ ਦੀ ਐਡਵਾਈਜ਼ਰੀ ਦਿੱਤੀ ਜਾਂਦੀ ਹੈ। ਹਾਂਜੀ, ਉਹ WhatsApp ਦੇ ਉੱਤੇ ਆਉਂਦੀ ਆ ਤੇ ਮੇਰੇ ਕੋਲ ਲਗਭਗ ਕੋਈ 14-15 ਗਰੁੱਪ ਨੇ ਤੇ ਅੱਗੇ ਮੈਂ ਉਹਨਾਂ ਨੂੰ ਸਪਰੈਡ ਕਰ ਦਿੰਦਾ, ਭੇਜ ਦਿੰਦੇ ਜੀ। ਉਹਦੇ ਵਿੱਚ ਹੁੰਦਾ ਵੀ ਆਉਣ ਵਾਲੀ ਜਿਹੜੇ ਫਸਲਾਂ ਨੇ ਉਹਨਾਂ ਦੇ ਵਿੱਚ ਕੀ ਕਰਨਾ, ਕੀ ਵਿਉਂਤਬੰਦੀ ਕਰਨੀ ਆ, ਸਪਰੇਅ ਕਰਨੀ ਆ ਜਾਂ ਇਰੀਗੇਸ਼ਨ ਦੇਣੀ ਆ, ਉਹ ਸਾਰਾ ਜਿਹੜਾ ਹੈਗਾ ਉਹ ਲਿੰਕ ਕਰ ਲੈਣੇ ਆ, ਲਿਖ ਕੇ ਆਉਂਦਾ ਜੀ। ਕਿਸਾਨ ਦੋਸਤੋ, ਇਹ ਗੱਲ ਬਹੁਤ ਵਧੀਆ ਪਲਵਿੰਦਰ ਸਿੰਘ ਨੇ ਕੀਤੀ ਆ ਕਿ ਜਿਹੜੀ ਜਾਣਕਾਰੀ ਮਿਲਦੀ ਆ, ਇਹਨਾਂ ਨੇ ਆਪਣੇ WhatsApp ਗਰੁੱਪ ਅੱਗੇ ਬਣਾਏ ਹੋਏ ਆ, ਇਹ ਤੁਰੰਤ ਉਹਨੂੰ ਅੱਗੇ ਭੇਜ ਦਿੰਦੇ ਫਾਰਮਰ ਤੱਕ। ਕਿਸਾਨ ਜਿਹੜੇ ਲੱਖਾਂ ਫੇਰ ਉਹਨੂੰ ਦੇਖ ਲੈਂਦੇ ਆ। ਤੇ ਮੈਡਮ ਜੀ, ਗੱਲ ਹੁਣ ਨੈਟਵਰਕ ਤੇ ਆ ਗਈ ਕਿ PAU ਨੇ ਇਸ ਮੌਸਮ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਕੀ ਨੈਟਵਰਕ ਬਣਾਇਆ ਹੋਇਆ? ਪੰਜਾਬ ਦੇ ਵਿੱਚ ਜਦੋਂ 1990 ਦੇ ਵਿੱਚ ਵੈਦਰ ਫੋਰਕਾਸਟਿੰਗ ਦਾ ਸਿਸਟਮ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਇਕੱਲਾ ਲੁਧਿਆਣੇ ਵਿੱਚ ਹੀ ਇੱਕ ਸੈਂਟਰ ਸੀ। ਉਹ ਇੱਕ ਸੈਂਟਰ ਪੂਰੇ ਪੰਜਾਬ ਦੀ ਜਾਣਕਾਰੀ ਦਿੰਦਾ ਸੀ। ਪਰ ਹੁਣ ਇਸ ਵੇਲੇ ਸਾਡੇ 5 ਉਹਨਾਂ ਨੂੰ ਅਸੀਂ ਨਾ ਫੀਲਡ ਯੂਨਿਟ ਕਹਿੰਦੇ ਆ, ਐਗਰੋ ਮੈਟਰੋਲੋਜੀਕਲ ਫੀਲਡ ਯੂਨਿਟ ਕਹਿੰਦੇ ਹੈਗੇ ਆ। ਉਹਦੇ 'ਚ ਜਿਹੜਾ ਸਾਡੇ ਨਾਰਥ ਪੰਜਾਬ ਹੈ ਉਹਦੇ 'ਚ ਗੁਰਦਾਸਪੁਰ, ਜਿਹੜਾ ਸਾਡਾ ਨੀਮ ਪਹਾੜੀ ਇਲਾਕੇ ਹੁਸ਼ਿਆਰਪੁਰ ਦਾ ਇਲਾਕਾ, ਉਹਦੇ ਵਿੱਚ ਸਾਡਾ ਬੱਲੋਵਾਲ ਸੌਂਖੜੀ ਦੂਸਰਾ ਸੈਂਟਰ ਹੈਗਾ ਹੈ। PAU ਕੇਂਦਰ ਵੀ ਉੱਥੇ? ਹਾਂਜੀ, PAU ਕੇਂਦਰ ਦੇ ਵਿੱਚ ਹੀ ਉਹ ਸਾਡੇ ਗੁਰਦਾਸਪੁਰ ਵੀ ਕੇਂਦਰ ਆਪਣਾ? ਹਾਂਜੀ ਬਿਲਕੁਲ, ਉੱਥੇ ਵੀ ਜਿਹੜਾ ਕ੍ਰਿਸ਼ੀ ਉੱਥੇ KVK 'ਚ? ਹਾਂਜੀ, ਨਹੀਂ KVK ਨਹੀਂ ਜੀ, ਇਹ ਰੀਜਨਲ ਸਟੇਸ਼ਨ ਜਿਹੜਾ ਹੈਗਾ ਉੱਥੇ। ਫਿਰ ਬਠਿੰਡਾ ਸਾਡਾ ਇੱਕ ਸੈਂਟਰ ਹੈ, ਇੱਕ ਸਾਊਥ ਪੰਜਾਬ ਲਈ ਹੋ ਗਿਆ। ਹਾਂਜੀ, ਸਾਊਥ ਪੰਜਾਬ, ਤੇ ਇੱਕ ਫਰੀਦਕੋਟ ਦੇ ਵਿੱਚ ਹੈ। ਤੇ ਅਸੀਂ ਸੈਂਟਰ 'ਚ ਲੁਧਿਆਣੇ 'ਚ ਤਾਂ ਹੈ ਹੀ ਆ। ਸੋ ਸਾਡੇ 5 ਫੀਲਡ ਯੂਨਿਟਸ ਬਣ ਗਏ। ਪਲੱਸ ਹੁਣ ਨਾਲ ਦੇ ਨਾਲ ਜਿੰਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹਨਾਂ 'ਚ ਇੱਕ ਨਵੇਂ ਹੋਰ ਸੈਂਟਰ ਇਸਟੈਬਲਿਸ਼ ਹੋਣ ਲੱਗੇ। ਉਹਨਾਂ ਨੂੰ ਕਹਿੰਦੇ ਹੈਗੇ ਆ ਡਿਸਟ੍ਰਿਕਟ ਐਗਰੋਮੈਟ ਫੀਲਡ ਯੂਨਿਟ, ਜ਼ਿਲ੍ਹਾ ਪੱਧਰ ਤੇ ਹੈਗੇ ਜੀ। ਜ਼ਿਲ੍ਹਾ ਪੱਧਰ ਦੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਜੀ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਣ ਉਹਨਾਂ 'ਚ ਆ ਗਏ 22-23 ਹੋ ਗਏ ਜੀ। ਉਹ ਹੋਰ ਹੋ ਗਏ ਨੇ। ਉਹਦੇ 'ਚੋਂ ਤਕਰੀਬਨ 5-6 ਸਾਡੇ ਆਲਰੇਡੀ ਸੈਟਅਪ ਹੋ ਗਏ ਆ ਤੇ ਬਾਕੀ ਇਸ ਸਾਲ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ 3-4 ਹੋਰ ਫਰਦਰ ਐਡ ਆਨ ਹੋ ਜਾਣਗੇ। ਸੋ ਇਹਦੇ ਨਾਲ ਅਸੀਂ ਆਪਣੇ ਪੰਜਾਬ ਦੇ ਜਿੰਨੇ ਵੀ ਭਾਰੀ ਹੋ ਗਿਆ ਜੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਨਾ ਹੀ ਜ਼ਿਆਦਾ ਹੋ ਜਾਏ। ਕਿਉਂਕਿ ਅੱਗੇ ਕੀ ਹੁੰਦਾ ਸੀ ਜੀ, ਸਾਡੇ ਕੋਲ ਜਦੋਂ ਕਿਸਾਨ ਮੇਲੇ ਤੇ ਕੋਈ ਕਿਸਾਨ ਆਂਦਾ ਸੀ ਤਾਂ ਉਹ ਕਹਿੰਦਾ ਸੀ, ਜਿਵੇਂ ਨਾਰਥ ਵੱਲ ਦੇ ਕੋਈ ਪਠਾਨਕੋਟ ਦਾ ਆ ਗਿਆ ਜਾਂ ਗੁਰਦਾਸਪੁਰ ਦਾ, ਉਹ ਕਹਿੰਦੇ ਸੀ ਜੀ ਸਾਨੂੰ ਪਾਕਿਸਤਾਨ ਵੱਲ ਦੀ ਜਾਣਕਾਰੀ ਬੈਟਰ ਮਿਲਦੀ ਹੈ, ਤੁਹਾਡੀ ਨਹੀਂ। ਸੋ ਉਹ ਕਿਉਂਕਿ ਰੀਜਨਲ ਹੋ ਜਾਂਦਾ। ਹੁਣ ਅਸੀਂ ਜਿਹਨੂੰ ਕਹੀਦਾ ਨਾ ਵੀ ਨੀਡ ਬੇਸਡ ਜਾਣਕਾਰੀ ਦੇਣੀ ਹੈ, ਏਰੀਆ ਸਪੈਸਿਫਿਕ ਹੋ ਗਈ ਜੀ, ਬਿਲਕੁਲ ਉਹ ਦਿੰਦੇ ਆ। ਸੋ ਦੋਸਤੋ, ਜਿਹੜੀ ਜਾਣਕਾਰੀ PAU ਪ੍ਰਦਾਨ ਕਰਦੀ ਆ, ਜਿਵੇਂ ਦੱਸਿਆ ਮੈਡਮ ਹੋਰਾਂ ਨੇ ਕਿ ਆਪਾਂ ਹਰ ਇਲਾਕੇ 'ਚ ਜਿਹੜਾ ਆਪਣੇ ਸੈਂਟਰ ਬਣਾ ਲਏ ਆ, ਤੇ ਕਿਸਾਨ ਜਿਹੜੇ ਆ ਉਹ ਇਹਨਾਂ ਸੈਂਟਰਾਂ ਤੋਂ ਜਾਣਕਾਰੀ ਲੈ ਕੇ ਕੀ ਮੁੱਖ ਫਾਇਦੇ ਲੈਂਦੇ ਆ? ਜਿਹੜਾ ਮੌਸਮ ਦੀ ਜਾਣਕਾਰੀ ਲੈਣ ਵਾਲਾ, ਜਿਵੇਂ ਹੁਣ ਦੀ ਆਪਾਂ ਗੱਲ ਤੁਹਾਨੂੰ ਮੈਂ ਦੱਸਦਾ ਜੀ ਵੀ 1 ਤਰੀਕ ਨੂੰ ਅਸੀਂ ਨੇ ਮੂੰਗੀ ਦੀ ਹਾਰਵੈਸਟਿੰਗ ਕਰਨੀ ਸੀਗੀ
ਤੇ ਉਦੋਂ ਮਤਲਬ ਫੋਨ ਤੇ ਵੀ ਗੱਲ ਹੋਈ ਤੇ ਮੈਸੇਜ ਇਹ ਆ ਰਿਹਾ ਸੀਗਾ ਵੀ ਹੋ ਸਕਦਾ ਇੱਕ ਲੋਕਲ ਡਿਸਟਰਬੈਂਸ ਨਾਲ ਜਿਹੜੀ ਰੇਨਫਾਲ ਹੋ ਜਾਵੇ, ਹਲਕੀ ਬਾਰਿਸ਼ ਹੋ ਜਾਵੇ। ਹਲਕੀ ਬਾਰਿਸ਼ ਹੋ ਜਾਵੇ। ਉਦੋਂ ਅਸੀਂ ਨੇ ਫਿਰ ਉਹਨੂੰ ਮੂੰਗੀ ਦੀ ਹਾਰਵੈਸਟਿੰਗ ਰੋਕ ਲਿਆ। 2 ਤਰੀਕ ਨੂੰ ਉਹੀ ਗੱਲ ਹੋਈ। ਕਰੰਟ ਹੋਇਆ ਨਹੀਂ ਸੀ? ਨਹੀਂ, ਹਾਰਵੈਸਟਿੰਗ ਕਰਨੀ ਸੀ, ਉਹ ਅਸੀਂ ਨੇ ਸਪਰੇਅ ਕਰਨੀ ਸੀ। ਓਕੇ। ਤੇ 2 ਤਰੀਕ ਤੋਂ ਬਾਅਦ ਜਦੋਂ ਮੀਂਹ ਪੈ ਗਿਆ ਜੀ, ਤੇ ਫਿਰ ਅਸੀਂ ਉਹ ਤੋਂ 4 ਤਰੀਕ ਨੂੰ ਉਹਨੂੰ ਜਿਹੜਾ ਹੈਗਾ ਸਪਰੇਅ ਕਰਕੇ 5 ਤੇ 6 ਨੂੰ ਅਸੀਂ ਨੇ ਉਹਦੀ ਹਾਰਵੈਸਟਿੰਗ ਕਰ ਲਈ। ਉਹ ਸਾਡਾ ਬੜਾ ਫਾਇਦਾ ਹੋਇਆ, ਨਹੀਂ ਉਹ ਲਾਸ ਹੋ ਜਾਣਾ ਸੀਗਾ, ਕਿਉਂਕਿ ਜੇ ਮੀਂਹ ਪੈ ਜਾਂਦਾ ਤੇ ਸਪਰੇਅ ਕਰੀ ਹੁੰਦੀ ਤੇ ਉਹ ਜਿਹੜੀ ਇਹ ਘਿਰ ਜਾਣੀ ਸੀਗੀ। ਸੋ ਕਿਸਾਨ ਦੋਸਤੋ, ਇਦਾਂ ਹੁੰਦਾ ਕਿ ਜਿਵੇਂ ਦੱਸਿਆ ਪਲਵਿੰਦਰ ਸਿੰਘ ਜੀ ਨੇ ਵੀ ਜੇ ਇਹਨਾਂ ਨੂੰ ਸੂਚਨਾ ਆ ਗਈ ਸੀਗੀ ਤਾਂ ਉਦੋਂ ਇਹਨਾਂ ਨੇ ਮੂੰਗੀ ਜਿਹੜੀ ਆ ਉਹ ਨਹੀਂ ਕੱਟੀ, ਤੇ ਜਿਹਦੇ ਕੱਟ ਲੈਂਦੇ ਵਿੱਚ ਮੀਂਹ ਪੈ ਜਾਂਦਾ ਤਾਂ ਮੂੰਗੀ ਸੈਂਸਿਟਿਵ ਕ੍ਰੌਪ ਆ ਤੇ ਉਹ ਛੇਤੀ ਖਰਾਬ ਹੋ ਜਾਣੀ ਸੀ। ਤੇ ਅਖੀਰ 'ਚ ਮੈਂ ਮੈਡਮ ਸਿੱਧੂ ਜੀ ਤੁਹਾਨੂੰ ਬੇਨਤੀ ਕਰੂੰਗਾ ਵੀ ਆਪਾਂ ਇੰਨੀ ਜਿਹੜੀ ਐਗਰੋਮੈਟਰੋਲੋਜੀ ਡਿਪਾਰਟਮੈਂਟ ਦਾ, PAU ਦਾ, IMD ਡਿਪਾਰਟਮੈਂਟ ਆ, ਇਹ ਰਲ ਕੇ ਇੰਨੀ ਸੂਚਨਾ ਇਕੱਠੀ ਕਰਦੇ ਆ, ਕਿਸਾਨ ਤੱਕ ਪਹੁੰਚਾਉਂਦੇ ਆ, ਤਾਂ ਤੁਸੀਂ ਕਿਸਾਨ ਵੀਰਾਂ ਨੂੰ ਸੰਦੇਸ਼ ਰੂਪੀ PAU ਦੇ ਬਿਹਾਫ ਤੇ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਾਡੇ ਕਿਸਾਨ ਵੀਰਾਂ ਨੂੰ ਰਿਕੁਐਸਟ ਕਰਨਾ ਚਾਹੂੰਗੀ, ਸੰਦੇਸ਼ ਦੇਣਾ ਚਾਹੂੰਗੀ ਕਿ PAU ਨੇ ਨਾ ਅੱਜ ਕੱਲ੍ਹ ਇੱਕ ਡਿਜੀਟਲ ਪੱਤਰਿਕਾ ਕੱਢਣੀ ਸ਼ੁਰੂ ਕੀਤੀ ਹੈ, ਉਹਨੂੰ ਕਹਿੰਦੇ ਖੇਤੀ ਸੰਦੇਸ਼। ਉਹ ਅਸੀਂ ਹਫਤਾਵਾਰ ਕੱਢਦੇ ਹੈਗੇ ਆ। ਉਹਦੇ ਵਿੱਚ ਸਾਰੇ ਜਿੰਨੇ ਵੀ ਰੁਝੇਵੇਂ ਹੁੰਦੇ ਆ ਉਹਦੇ ਬਾਰੇ ਇਨਫੋਰਮੇਸ਼ਨ ਹੁੰਦੀ ਹੈ, ਪਲੱਸ ਮੌਸਮ ਦੀ ਉਹ 'ਚ ਫੋਰਕਾਸਟ ਵੀ ਹੁੰਦੀ ਹੈ। ਨਾਲ ਦੇ ਨਾਲ PAU ਨੇ WhatsApp ਗਰੁੱਪ ਬਣਾ ਲਿਆ। ਕਿਸਾਨ ਵੀਰਾਂ ਨੂੰ ਇਹ ਦਰਖਾਸਤ ਹੈ, ਬੇਨਤੀ ਹੈ ਕਿ ਜਿਹੜੇ ਮੈਂ ਤੁਹਾਨੂੰ 5 ਸੈਂਟਰਸ ਦੱਸੇ ਹੈਗੇ ਆ, ਤੁਹਾਡੇ ਲਾਗਲਾ ਜਿਹੜਾ ਵੀ ਰਿਸਰਚ ਸਟੇਸ਼ਨ ਹੈ, ਤੁਹਾਡਾ ਜਿੱਥੇ ਵੀ ਪਿੰਡ ਹੈਗਾ ਆ, ਉਹਦੇ ਲਾਗੇ ਜਿਹੜਾ ਰਿਸਰਚ ਸਟੇਸ਼ਨ ਹੈ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜਾਂ FASS ਹੈ, ਤੁਸੀਂ ਉੱਥੇ ਕਿਰਪਾਲਤਾ ਕਰਕੇ ਜਾਓ। ਉਹਨਾਂ ਨੇ WhatsApp ਗਰੁੱਪ ਬਣਾਇਆ, ਤੁਸੀਂ ਉਹਦੇ 'ਚ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਤੁਹਾਡੇ ਫੋਨ ਤੇ ਤੁਹਾਡੇ WhatsApp ਗਰੁੱਪ 'ਚ ਤੁਹਾਨੂੰ ਤੁਹਾਡੇ ਖੇਤਰ ਦੀ ਜਾਣਕਾਰੀ ਮਿਲੇਗੀ। ਤੁਸੀਂ ਉਸ ਜਾਣਕਾਰੀ ਨੂੰ ਵਰਤੋਂ ਕਰਕੇ, ਜਿਵੇਂ ਪਲਵਿੰਦਰ ਜੀ ਨੇ ਕਿਹਾ ਵੀ ਜੇ ਉਹਦਾ ਸਾਨੂੰ ਫਾਇਦਾ ਨਹੀਂ ਹੁੰਦਾ ਤਾਂ ਘੱਟੋ ਘੱਟ ਨੁਕਸਾਨ ਨੂੰ ਘਟਾ ਤੇ ਲਈਦਾ। ਹੁਣ ਅੱਜ ਕੱਲ੍ਹ ਜਿਹੜੀਆਂ ਦਵਾਈਆਂ ਨੇ, ਸਪਰੇਜ਼ ਨੇ, ਉਹ ਕਿੰਨੀਆਂ ਮਹਿੰਗੀਆਂ ਹੋਈਆਂ। ਜੇ ਤੁਸੀਂ ਇੱਕ ਸਪਰੇਅ ਵੀ ਆਪਣੀ ਬਚਾ ਲੈਂਦੇ ਹੋ ਜ਼ਾਇਆ ਕਰਨ ਤੋਂ, ਤਾਂ ਲੇਬਰ ਕਾਸਟ, ਦਵਾਈ ਦੀ ਕੀਮਤ, ਉਹ ਤੁਹਾਡਾ ਫਾਇਦਾ ਹੀ ਹੈ ਜੇ ਨੁਕਸਾਨ ਨਹੀਂ ਵੀ ਹੋਇਆ ਤੇ। ਸੋ ਮੈਂ ਫਾਰ ਦੀ ਸੇਕ ਆਫ ਰੈਪੀਟੀਸ਼ਨ ਮੈਡਮ ਦੁਹਰਾਉਣ ਵਾਸਤੇ ਕਿਸਾਨ ਵੀਰਾਂ ਨੂੰ ਦੱਸ ਦੇਵਾਂ, ਮੈਡਮ ਜੀ ਦੀ ਇਹ ਬੇਨਤੀ ਆ ਵੀ ਤੁਸੀਂ ਕਿਸਾਨ ਦੋਸਤੋ ਉਹਨਾਂ ਆਪਣੇ WhatsApp ਗਰੁੱਪਾਂ ਦੇ ਰਾਹੀਂ ਜੁੜੋ ਤੇ ਜਾਣਕਾਰੀ ਲਓ ਤੇ ਆਪਣੇ ਜਿਹੜੀ ਫਸਲਾਂ ਦਾ ਜਿਹੜਾ ਕੋਈ ਵੀ ਨੁਕਸਾਨ ਹੋਣ ਤੋਂ ਬਚਾਈਏ। ਮੌਸਮ ਵਿਭਾਗ ਜਿਹੜਾ ਉਹ ਹਮੇਸ਼ਾ ਤੁਹਾਡੀ ਸੇਵਾ ਵਾਸਤੇ ਆ। ਸਰਕਾਰ ਲੱਖਾਂ ਕਰੋੜਾਂ ਰੁਪਏ ਖਰਚ ਕੇ ਇਹ ਯੰਤਰ ਜਿਹੜੇ ਆ ਇਹ ਸੈਂਟਰ ਬਣਾਉਂਦੀ ਆ, ਇਹ ਸੈਂਟਰ ਦਾ ਫਾਇਦਾ ਉਠਾਈਏ। ਸਮਾਂ ਇਜਾਜ਼ਤ ਦੇ ਰਿਹਾ ਕਿ ਗੱਲਬਾਤ ਹੋਰ ਅੱਗੇ ਵਧਾਈਏ। ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, ਪੰਜਾਬ ਐਗਰੋ ਵੱਲੋਂ ਧੰਨਵਾਦ ਕਰੂੰਗਾ। ਮੈਡਮ ਸਿੱਧੂ ਜੀ ਤੁਹਾਡਾ, ਪਲਵਿੰਦਰ ਜੀ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਸੁਣੋ ਭਰਾਵੋ ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦੇ, ਵੇਰਕਾ ਦਾ ਦੁੱਧ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫਤਾਵਾਰੀ ਪ੍ਰੋਗਰਾਮ 5 ਰਿਵਰ। ਤੇ ਅੱਜ ਦਾ ਸਾਡਾ ਵਿਸ਼ਾ ਹੈ ਮੌਸਮ ਦੀ ਭਵਿੱਖਬਾਣੀ ਦਾ ਖੇਤੀਬਾੜੀ ਤੇ ਪ੍ਰਭਾਵ। ਮੌਸਮ ਦੀ ਭਵਿੱਖਬਾਣੀ, ਜਿਹਨੂੰ ਕਿ ਅਸੀਂ ਇੰਗਲਿਸ਼ ਦੇ ਵਿੱਚ ਵੈਦਰ ਫੋਰਕਾਸਟਿੰਗ ਵੀ ਕਹਿ ਦਿੰਦੇ ਹਾਂ। ਤੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਵਿੱਚ ਪੈਂਦੇ ਮੌਸਮ ਕੇਂਦਰ ਵਿਖੇ, ਜਿੱਥੋਂ ਦੇ ਕਿ ਡਾਇਰੈਕਟਰ ਅਜੇ ਕੁਮਾਰ ਸਿੰਘ ਜੀ ਅਤੇ ਰਜਿੰਦਰ ਸਿੰਘ ਜੋ ਕਿ ਮੌਸਮ ਵਿਗਿਆਨੀ ਹਨ, ਉਹ ਸਾਡੇ ਨਾਲ ਮੌਜੂਦ ਨੇ ਤੇ ਅੱਜ ਕਰਾਂਗੇ ਮੌਸਮ ਦੀ ਭਵਿੱਖਬਾਣੀ ਬਾਰੇ ਗੱਲਾਂ ਬਾਤਾਂ। ਸੋ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ। ਸਤਿ ਸ਼੍ਰੀ ਅਕਾਲ ਸਰ। ਨਮਸਕਾਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਕਿ ਜਿਹੜੀ ਇਹ ਮੌਸਮ ਦੀ ਭਵਿੱਖਬਾਣੀ ਹੈ, ਇਹਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਦਾ? देखिए, मौसम संबंधी आंकड़े हमारे विभाग द्वारा मेनली 4 मोड में कलेक्ट किए जाते हैं। पहला होता है सरफेस ऑब्जर्वेशन, सतह ऑब्जर्वेशन। दूसरा होता है अपर एयर ऑब्जर्वेशन, मतलब ऊपरी वायु का ऑब्जर्वेशन। तीसरा होता है आपको रडार के द्वारा ऑब्जर्वेशन। और चौथा होता है सैटेलाइट के द्वारा जो ऑब्जर्वेशंस। तो हमारे विभाग ने पूरे इंडिया में इसके लिए डिफरेंट जगह पर ऑब्जर्वेटरी लोकेटेड है, जो कि हम कंटिन्यूअस राउंड द क्लॉक, मतलब 24 आवर्स मौसम के आंकड़े हम एकत्रित करते रहते हैं और आपस में शेयर करते रहते हैं। और ये मौसम के आंकड़े हम सिर्फ भारत के ही नहीं, अन्य देशों के भी आंकड़ों को हम एकत्रित करते हैं और उसको एनालिसिस करते हैं। और इसके बारे में डिटेल्ड,
मतलब कि वस्तुतः किस ये आंकड़ों में क्या क्या होता है, मैं पंजाबी बोलने में असमर्थ हूँ, इसलिए हमारे एक वरिष्ठ सहयोगी जो हैं श्री राजिंदर सिंह जी इसके बारे में विस्तृत रूप में आपको बता सकते हैं पंजाबी में। ਤੇ ਪਹਿਲਾਂ ਤਾਂ ਮੈਂ ਇੱਕ ਰਿਕੁਐਸਟ ਕਰਨੀ ਚਾਹੂੰਗਾ ਸਰ, ਆਪਾਂ ਵੈਸੇ ਸਾਰੇ ਜਾਣਦੇ ਹਾਂ ਕਿ ਇਸ ਟਾਈਮ ਕੋਵਿਡ ਦਾ ਟਾਈਮ ਚੱਲ ਰਿਹਾ ਹੈ ਨਾ ਜੀ, ਤੇ ਮਾਸਕ ਲਗਾਉਣੇ ਸਾਰੇ ਲਈ ਬਹੁਤ ਜ਼ਰੂਰੀ ਨੇ, ਤੇ ਮੈਂ ਚਾਹੁੰਦਾ ਕਿ ਪ੍ਰੋਗਰਾਮ ਦੇ ਵਿੱਚ ਥੋੜੀ ਦੇਰ ਲਈ ਆਪਾਂ ਇਹ ਮਾਸਕ ਨੀਚੇ ਕਰ ਲਈ ਤਾਂ ਕਿ ਜਿਹੜੇ ਲੋਕ ਦਰਸ਼ਕ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਉਹਨਾਂ ਤੱਕ ਹੈ ਨਾ ਗੱਲ ਕਲੀਅਰਲੀ ਪਹੁੰਚ ਸਕੇ। ਤੇ ਸਰ ਤੁਸੀਂ ਥੋੜੀ ਜਾਣਕਾਰੀ ਦਿਓ ਕਿ ਜਿਹੜੀ ਜਾਣਕਾਰੀ ਹੈ ਕਿਵੇਂ ਪਹੁੰਚਾਉਂਦੇ ਹੋ। ਕਿਸਾਨ ਵੀਰਾਂ ਨੂੰ ਮੇਰਾ ਪਹਿਲਾ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈਗਾ, ਜਿਹੜਾ ਇਹਨਾਂ ਨੇ ਚੁਣਿਆ ਹੈਗਾ ਕਿ ਮੌਸਮ ਵਿਭਾਗ ਕਿਵੇਂ ਕੰਮ ਕਰਦਾ ਹੈ ਅਤੇ ਕਿਸਾਨ ਵੀਰਾਂ ਤੱਕ ਸਾਡੀ ਜਾਣਕਾਰੀ ਮੌਸਮ ਦੀ ਕਿਵੇਂ ਪਹੁੰਚਦੀ ਹੈ, ਉਸ ਬਾਰੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਮੌਸਮ ਵਿਭਾਗ ਦੇ ਅੰਦਰ, ਮੌਸਮ ਕੇਂਦਰ ਦੇ ਅੰਦਰ ਭਾਰਤ ਵਿੱਚ ਬਹੁਤ ਜਗ੍ਹਾ ਤੇ ਕਈ ਤਰ੍ਹਾਂ ਦੀ ਆਬਜ਼ਰਵੇਟਰੀਜ਼ ਲੱਗੀਆਂ ਹੋਈਆਂ ਹਨ, ਜਿਨ੍ਹਾਂ 'ਚ ਅਸੀਂ ਆਬਜ਼ਰਵੇਸ਼ਨ ਡਾਟਾ ਇਕੱਠਾ ਕਰਦੇ ਹਾਂ ਔਰ ਲਗਾਤਾਰ 24 ਘੰਟੇ ਉਹ ਡਾਟਾ ਇਕੱਠਾ ਕੀਤਾ ਜਾਂਦਾ ਹੈ। ਇਹ ਡਾਟਾ ਅਸੀਂ ਸਰਫੇਸ ਆਬਜ਼ਰਵੇਟਰੀ, ਅਪਰ ਏਅਰ ਆਬਜ਼ਰਵੇਟਰੀ ਔਰ ਰਡਾਰ ਤੋਂ, ਸੈਟਲਾਈਟ ਤੋਂ ਸਾਰਾ ਡਾਟਾ 24 ਘੰਟੇ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਸ ਨੂੰ ਡਾਟੇ ਨੂੰ ਐਨਾਲਾਈਜ਼ ਕੀਤਾ ਜਾਂਦਾ ਹੈ। ਐਨਾਲਾਈਜ਼ ਕਰਨ ਤੋਂ ਬਾਅਦ ਜੋ ਵੀ ਫੋਰਕਾਸਟ ਭਵਿੱਖਬਾਣੀ ਬਣਦੀ ਹੈ ਇਹ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ। ਇਹ ਤਾਂ ਜਾਣਕਾਰੀ ਹੋ ਗਈ ਸਰ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਤੁਸੀਂ ਇਕਵਿਪਮੈਂਟ ਜਾਂ ਇੰਸਟਰੂਮੈਂਟ ਜਿਹੜੇ ਇਸ ਮੌਸਮ ਦੀ ਜਾਣਕਾਰੀ ਦੇ ਲਈ ਤੁਸੀਂ ਯੂਜ਼ ਕਰਦੇ ਹੋ ਨਾ, ਜਿਨ੍ਹਾਂ ਰਾਹੀਂ ਤੁਹਾਨੂੰ ਪਤਾ ਲੱਗਦਾ ਕਿ ਕੀ ਮਤਲਬ ਕਿ ਅੱਗੇ ਜਿਹੜਾ ਹੈਗਾ ਮੌਸਮ ਹੋਣ ਵਾਲਾ ਹੈ। ਤੇ ਜੇ ਆਪਾਂ ਗੱਲ ਕਰੀਏ ਲੋਕਾਂ ਤੱਕ ਜਾਂ ਕਿਸਾਨਾਂ ਤੱਕ ਇਸ ਜਾਣਕਾਰੀ ਨੂੰ ਕਿਵੇਂ ਪਹੁੰਚਾਉਂਦੇ ਹੋ ਤੁਸੀਂ? ਇਹ ਬਹੁਤ ਹੀ ਮਹੱਤਵਪੂਰਨ ਕੁਐਸਚਨ ਤੁਸੀਂ ਪੁੱਛਿਆ ਹੈ ਕਿ ਅਸੀਂ ਜਾਣਕਾਰੀ ਕਿਸਾਨਾਂ ਤੱਕ ਕਿਵੇਂ ਪਹੁੰਚਾਉਂਦੇ ਹਾਂ। ਪਹਿਲਾਂ ਤਾਂ ਜੋ ਡਾਟਾ ਇਕੱਠਾ ਕੀਤਾ ਜਾਂਦਾ, ਮੈਂ ਜਿਵੇਂ ਪਹਿਲਾਂ ਦੱਸਿਆ ਹੈ ਕਿ ਅਸੀਂ 24 ਘੰਟੇ 'ਚ ਲਗਾਤਾਰ ਕੰਟੀਨਿਊਸਲੀ ਡਾਟਾ ਸਾਡੇ ਕੋਲ ਆਉਂਦਾ ਰਹਿੰਦਾ ਹੈ, ਸੈਟਲਾਈਟ ਦੇ ਥਰੂ, ਰਡਾਰ ਦੇ ਥਰੂ, ਆਬਜ਼ਰਵੇਟਰੀਜ਼ ਦੇ ਥਰੂ, ਅਪਰ ਏਅਰ ਡਾਟਾ, ਪੂਰਾ ਜਿਹੜਾ ਵਾਯੂਮੰਡਲ ਹੈ ਉਹਦਾ ਸਾਰਾ ਡਾਟਾ ਸਾਡੇ ਕੋਲ 15 ਕਿਲੋਮੀਟਰ ਤੱਕ ਆ ਜਾਂਦਾ ਹੈ। ਉਹਦੇ ਅਸੀਂ ਕੀ ਇਕੱਠਾ ਕਰਦੇ ਹਾਂ, ਤਾਪਮਾਨ ਕਿਸ ਲੈਵਲ ਤੇ ਕੀ ਤਾਪਮਾਨ ਹੈ, ਕਿਸ ਤਰ੍ਹਾਂ ਦੀ ਹਵਾ ਚੱਲ ਰਹੀ ਹੈ, ਉਹਦੀ ਕੀ ਗਤੀ ਹੈ, ਉਹਦੀ ਕੀ ਦਿਸ਼ਾ ਹੈ, ਇਹ ਸਾਰੀ ਜਾਣਕਾਰੀ ਸਾਡੇ ਕੋਲ ਲਗਾਤਾਰ ਆਈ ਜਾਂਦੀ ਹੈ। ਇਸ ਡਾਟੇ ਨੂੰ ਅਸੀਂ ਕੀ ਕਰਦੇ ਹਾਂ, ਫਿਰ ਸਾਡੇ ਨੈਸ਼ਨਲ ਵੈਦਰ ਸੈਂਟਰ ਹੈ ਦਿੱਲੀ 'ਚ, ਉੱਥੇ ਪੂਰਾ ਡਾਟਾ ਐਨਾਲਾਈਜ਼ ਕੀਤਾ ਜਾਂਦਾ ਹੈ। ਐਨਾਲਾਈਜ਼ ਕਰਨ ਤੋਂ ਬਾਅਦ ਸਾਡੇ ਕੋਲ ਮਾਡਲਸ ਹੈਗੇ ਆ, ਟੈਕਨੀਕ ਇੰਨੀ ਜ਼ਿਆਦਾ ਡਿਵੈਲਪ ਹੋ ਚੁੱਕੀ ਹੈ ਕਿ ਅਸੀਂ ਮਾਡਲ ਬਣਾਏ, 10 ਦਿਨ ਤੱਕ ਦੀ ਮਾਡਲ ਸਾਡੇ ਕੋਲ ਫੋਰਕਾਸਟ ਮਾਡਲ ਤੋਂ ਆ ਜਾਂਦੀ ਹੈ। ਅਸੀਂ ਮਾਡਲ ਨੂੰ ਐਨਾਲਾਈਜ਼ ਕਰਦੇ ਹਾਂ, ਉਸ ਮਾਡਲ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਕੀ ਅਸੀਂ ਫੋਰਕਾਸਟ ਕਰਨੀ ਹੈ, ਉਸ ਫੋਰਕਾਸਟ ਨੂੰ ਅਸੀਂ ਕਿਸਾਨਾਂ ਤੱਕ ਰੋਜ਼ ਡੇਲੀ ਅਸੀਂ ਪਹੁੰਚਾਉਂਦੇ ਹਾਂ। ਔਰ ਇਸ ਦੇ ਵਾਸਤੇ ਸਾਡੇ ਕੋਲ 2 ਦਿਨ ਹੈ, ਜਿਸ ਤਰ੍ਹਾਂ ਹੈਗਾ ਸਾਡਾ ਟਿਊਜ਼ਡੇ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅਸੀਂ ਐਗਰੋਮੈਟ ਦੇ ਬੁਲੇਟਿਨ, ਕ੍ਰਿਸ਼ੀ ਮੌਸਮ ਦੇ ਬੁਲੇਟਿਨ ਇਸ਼ੂ ਕਰਦੇ ਹਾਂ। ਔਰ ਉਹ ਬੁਲੇਟਿਨ ਜਿਹੜੇ ਹੈਗੇ ਅਸੀਂ ਐਗਰੋਮੈਟ ਫੀਲਡ ਯੂਨਿਟ, ਸਾਡੇ ਕੋਲ 5 ਹੈਗੇ ਪੰਜਾਬ ਦੇ ਅੰਦਰ, ਉਹਨਾਂ ਨੂੰ ਜਾਰੀ ਕਰਦੇ ਹਾਂ। ਲੇਕਿਨ ਹੁਣੇ ਰੀਸੈਂਟਲੀ ਕੀ ਕੀਤਾ ਹੈ ਕਿ ਅਸੀਂ ਜ਼ਿਲ੍ਹਾਵਾਰ ਵੀ ਇਹ ਸਾਰੇ ਜਿਹੜੇ ਹੈਗੇ ਨੇ ਵੈਦਰ ਬੁਲੇਟਿਨ ਜਾਰੀ ਕੀਤੇ ਜਾਂਦੇ ਹਨ। ਉਸ ਜ਼ਿਲ੍ਹਾਵਾਰ ਤੋਂ ਅਸੀਂ ਕਿਵੇਂ ਕਰਦੇ ਹਾਂ ਅੱਗੇ, ਉਹ ਸਾਰੇ ਜਿਹੜੇ ਹੈ ਬੁਲੇਟਿਨ ਐਨਾਲਾਈਜ਼ ਕਰਕੇ ਉਹਨਾਂ ਨੂੰ ਅਸੀਂ SMS ਦੇ ਥਰੂ, ਈਮੇਲ ਦੇ ਥਰੂ ਔਰ WhatsApp ਗਰੁੱਪ ਦੇ ਥਰੂ ਔਰ ਜਿੰਨੇ ਵੀ ਸਾਰੇ ਹੈ ਕਿਸਾਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਰ ਇਹ ਤਾਂ ਗੱਲ ਹੋ ਗਈ ਜਿਵੇਂ ਤੁਸੀਂ ਲੋਕਾਂ ਤੱਕ ਇਹ ਜਾਣਕਾਰੀ ਕਿਵੇਂ ਪਹੁੰਚਾਉਂਦੇ ਹੋ, ਤੇ ਇੱਕ ਸਵਾਲ ਮੈਂ ਪੁੱਛਣਾ ਚਾਹੂੰਗਾ, ਜਿਵੇਂ ਇਸ ਟਾਈਮ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਹਾਂ, ਜਿਹੜਾ ਇਹ ਮੌਸਮ ਵਿਭਾਗ ਦਾ ਕੇਂਦਰ ਹੈਗਾ ਇਹ ਚੰਡੀਗੜ੍ਹ ਦੇ ਵਿੱਚ ਸਥਿਤ ਹੈ, ਤੇ ਜਿਹੜੀ ਇਹ ਜਾਣਕਾਰੀ ਹੁੰਦੀ ਹੈ ਕਿੰਨੇ ਏਰੀਏ ਵਾਸਤੇ ਹੁੰਦੀ ਹੈ ਬੇਸਿਕਲੀ, ਕਿ ਜਿਵੇਂ ਇਹ ਪੂਰੇ ਆਲ ਓਵਰ ਇੰਡੀਆ ਵਾਸਤੇ ਗੱਲ ਕਰ ਲਈਏ, ਵਰਲਡ ਵਾਸਤੇ ਗੱਲ ਕਰ ਲਈਏ, ਚੰਡੀਗੜ੍ਹ ਵਾਸਤੇ ਹੀ ਹੈ? ਜਿਹੜਾ ਸਾਡਾ ਇੱਥੇ ਮੌਸਮ ਕੇਂਦਰ ਹੈ ਇਹ ਸਾਰੀ ਜਾਣਕਾਰੀ ਜਿਹੜੀ ਦਿੰਦਾ ਹੈ ਪੰਜਾਬ ਦੇ ਕਿਸਾਨਾਂ ਵਾਸਤੇ, ਹਰਿਆਣਾ ਦੇ ਕਿਸਾਨਾਂ ਵਾਸਤੇ ਅਤੇ ਚੰਡੀਗੜ੍ਹ ਦੇ ਕਿਸਾਨਾਂ ਵਾਸਤੇ ਜਾਰੀ ਕੀਤੀ ਜਾਂਦੀ ਹੈ। ਜੇ ਅਸੀਂ ਆਲ ਓਵਰ ਇੰਡੀਆ ਦੀ ਗੱਲ ਕਰੀਏ, ਸਾਡਾ ਜਿਹੜਾ ਮੇਨ ਦਫ਼ਤਰ ਹੈ, ਮੁੱਖ ਦਫ਼ਤਰ ਹੈ, ਉਹ ਦਿੱਲੀ ਵਿਖੇ ਸਥਿਤ ਹੈ। ਸਾਡਾ ਜਿਹੜਾ ਹੈੱਡਕੁਆਟਰ ਹੈ ਉੱਥੋਂ ਸਾਰੀ ਜਾਣਕਾਰੀ ਪੂਰੇ ਇੰਡੀਆ ਵਾਸਤੇ ਦਿੱਤੀ ਜਾਂਦੀ ਹੈ। ਬਾਕੀ ਸਾਰੀਆਂ ਸਟੇਟਾਂ ਦੀਆਂ ਰਾਜਧਾਨੀਆਂ ਵਿੱਚ ਮੌਸਮ ਕੇਂਦਰ ਖੁੱਲ੍ਹੇ ਹੋਏ ਹਨ, ਉਹ ਸਾਰੇ ਆਪਣੀਆਂ ਰਾਜਾਂ ਵਾਸਤੇ ਇਹ ਸਾਰੀ ਜਾਣਕਾਰੀਆਂ ਦਿੰਦੇ ਹਨ। ਜੇ ਆਪਾਂ ਗੱਲ ਕਰੀਏ ਕਿ ਕਿਸਾਨਾਂ ਬਾਰੇ ਇਹ ਜਿਹੜੀ ਜਾਣਕਾਰੀ ਹੈ ਇਹ ਕਿੰਨੀ ਕੁ ਲਾਭਦਾਇਕ ਹੈ? ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨਾਂ ਵਾਸਤੇ ਇਹ ਜਾਣਕਾਰੀ ਜਿਹੜੀ ਮੌਸਮ ਦੀ ਭਵਿੱਖਬਾਣੀ ਹੈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ। ਉਹਨਾਂ ਨੂੰ ਕਿਵੇਂ ਹੋ ਸਕਦੀ ਹੈ, ਜਿਸ ਤਰ੍ਹਾਂ ਸਿੰਚਾਈ ਕਰਨੀ ਹੋਵੇ, ਉਹਨਾਂ ਸਿੰਚਾਈ ਵਾਸਤੇ ਅਗਰ ਪਹਿਲਾਂ ਭਵਿੱਖਬਾਣੀ ਕੀਤੀ ਹੁੰਦੀ ਹੈ ਕਿ ਬਾਰਿਸ਼ ਆਏਗੀ ਜਾਂ ਨਹੀਂ ਆਏਗੀ, ਤਾਂ ਉਹ ਸਿੰਚਾਈ ਆਪਣੀ ਉਹਦੇ ਵਾਸਤੇ ਉਹਨਾਂ ਦਾ ਪੂਰਾ ਕਾਸਟ ਬਚ ਜਾਏਗੀ, ਸਿੰਚਾਈ ਨਹੀਂ ਕਰਨਗੇ। ਦੂਸਰਾ ਹੈ ਫਸਲ ਤਿਆਰ ਹੈ, ਫਸਲ ਘਰ ਲੈ ਕੇ ਜਾਣੀ ਹੈ, ਅਗਰ ਪਹਿਲਾਂ ਪਤਾ ਹੋਵੇ ਕਿ ਬਾਰਿਸ਼ ਆਉਣੇ ਵਾਲੀ ਹੈ ਜਾਂ ਮੌਸਮ ਖਰਾਬ ਹੋਣ ਵਾਲਾ ਹੈ ਤਾਂ ਉਸ ਫਸਲ ਤੋਂ ਵੀ ਉਹ ਆਪਣੀ ਫਸਲ ਦਾ ਪੂਰਾ ਬਚਾਅ ਕਰ ਸਕਦੇ ਹਨ। ਔਰ ਜਿਹੜੀ ਕੈਜੁਅਲਟੀ ਜ਼ਿਆਦਾ ਹੁੰਦੀ ਹੈ ਉਹਦੇ ਨਾਲ ਵੀ ਉਹਨਾਂ ਨੂੰ ਬਚਾਅ ਹੋ ਸਕਦਾ ਹੈ। ਤੇ ਜਿਹੜੀ ਇਹ ਭਵਿੱਖਬਾਣੀ ਹੁੰਦੀ ਹੈ ਇਹ ਕਿੰਨੇ % ਸਹੀ ਹੁੰਦੀ ਹੈ? ਭਵਿੱਖਬਾਣੀ ਜਿਹੜੀ ਜੋ ਵੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਜਾਂਦੀ, ਮੌਸਮ ਵਿਭਾਗ ਵੱਲੋਂ ਜੋ ਵੀ ਭਵਿੱਖਬਾਣੀ ਕੀਤੀ ਜਾਂਦੀ ਹੈ, ਤਾਪਮਾਨ ਦੀ ਕੀਤੀ ਜਾਂਦੀ ਹੈ, ਬਾਰਿਸ਼ ਦੀ ਕੀਤੀ ਜਾਂਦੀ ਹੈ, ਹਵਾ ਦੀ ਵੀ ਕੀਤੀ ਜਾਂਦੀ ਹੈ। ਜੋ ਬਾਰਿਸ਼ ਦੀ ਭਵਿੱਖਬਾਣੀ ਹੈ ਜਾਂ ਤਾਪਮਾਨ ਦੀ ਭਵਿੱਖਬਾਣੀ ਹੈ ਉਹ 75 ਤੋਂ 80% ਤੱਕ ਠੀਕ ਹੁੰਦੀ ਹੈ। ਚਲੋ ਬਹੁਤ ਧੰਨਵਾਦ ਸਰ, ਤੁਸੀਂ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸਾਰੀ ਜਾਣਕਾਰੀ ਜਿਹੜੇ ਸਾਡੇ ਕਿਸਾਨ ਵੀਰ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਦਿੱਤੀ। ਉਮੀਦ ਕਰਦੇ ਹਾਂ ਕਿ ਅੱਜ ਦਾ ਸਾਡਾ ਇਹ ਵਿਸ਼ਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਪ੍ਰੋਗਰਾਮ ਪੰਜਾਬ ਐਗਰੋ ਦੇ 5 ਰਿਵਰ ਦੇ ਵਿੱਚ ਅਗਲੇ ਹਫਤੇ। ਦਿਓ ਆਗਿਆ, ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ ਸਿਹਤ ਵਾਸਤੇ ਗੱਲ
गल सियाणियां दसी सही भरोसेमंद वेरका दुध दही ते लस्सी पंजाब मेरे दे वीर इन्हां दे मिर्गा जहे शरीर हौसले शेरां वर्गे ने वेरका दा दुध पींदे वेरका दा दुध ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ, ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰ ਤੇ ਹੁਣ ਪੇਸ਼ ਨੇ ਡਾਕਟਰ ਰਣਜੀਤ ਸਿੰਘ ਤਾਂਬੜ, ਸਾਬਕਾ ਮੁਖੀ ਪਸਾਰ ਸਿੱਖਿਆ ਵਿਭਾਗ PIU ਵੱਲੋਂ ਲਿਖੀਆਂ ਗਈਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਕਦੇ ਸਮਾਂ ਸੀ ਜਦੋਂ ਕਿਸਾਨ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਵੱਖੋ ਵੱਖਰੀਆਂ ਫਸਲਾਂ ਦੀ ਖੇਤੀ ਕਰਦੇ ਸਨ, ਪਰ ਹੁਣ ਸਾਰਾ ਰਕਬਾ ਕਣਕ ਝੋਨੇ ਦੇ ਚੱਕਰ ਵਿੱਚ ਆ ਗਿਆ ਹੈ। ਘਰ ਦੀ ਲੋੜ ਪੂਰੀ ਕਰਨ ਲਈ ਮੱਕੀ, ਦਾਲਾਂ ਤੇ ਤਿਲਾਂ ਦੀ ਕੁਝ ਰਕਬੇ ਵਿੱਚ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਕਿਸਾਨ ਵੀਰੋ, ਤਿਲਾਂ ਦੀ ਵਰਤੋਂ ਸਾਰੇ ਪੰਜਾਬੀ ਘਰਾਂ ਵਿੱਚ ਹੁੰਦੀ ਹੈ। ਸਰਦੀਆਂ ਵਿੱਚ ਤਿਲਾਂ ਦੀ ਰਿਓੜੀਆਂ, ਤਿਲਪੂਗਾ, ਗੱਚਕ, ਪਿੰਨੀਆਂ ਆਦਿ ਬਣਾਏ ਜਾਂਦੇ ਹਨ। ਤਿਲਾਂ ਹੇਠ ਵੀ ਪੰਜਾਬ ਵਿੱਚ ਬਹੁਤ ਘੱਟ ਰਕਬਾ ਹੈ। ਪਿਛਲੇ ਸਾਲ ਇਹਨਾਂ ਦੀ ਬਿਜਾਈ ਕੋਈ 3000 ਹੈਕਟੇਅਰ ਵਿੱਚ ਕੀਤੀ ਗਈ। ਪੰਜਾਬ ਵਿੱਚ ਕਾਸ਼ਤ ਲਈ ਤਿਲ ਨੰਬਰ 2 ਅਤੇ RT 346 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਸਾਨ ਵੀਰੋ, ਇਹਨਾਂ ਤੋਂ ਕੋਈ 2.5 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। 1 ਏਕੜ ਦੀ ਬਿਜਾਈ ਲਈ ਕੇਵਲ 1 ਕਿਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਤਿਲਾਂ ਦੀਆਂ ਲਾਈਨਾਂ ਮਾਹ ਅਤੇ ਮੂੰਗੀ ਵਿੱਚ ਵੀ ਲਗਾਈਆਂ ਜਾ ਸਕਦੀਆਂ ਹਨ। ਬਿਜਾਈ ਸਮੇਂ ਕੇਵਲ 45 ਕਿਲੋ ਯੂਰੀਆ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਤੋਂ 3 ਹਫ਼ਤਿਆਂ ਪਿੱਛੋਂ ਇੱਕ ਗੋਡੀ ਜ਼ਰੂਰ ਕਰੋ। ਕਿਸਾਨ ਵੀਰੋ, ਗੁਆਰਾ ਇੱਕ ਹੋਰ ਫਸਲ ਹੈ ਜਿਸ ਦੀ ਬਿਜਾਈ ਲਈ ਹੁਣ ਢੁਕਵਾਂ ਸਮਾਂ ਹੈ। ਇਸ ਦੀ ਬਿਜਾਈ ਹਰੀ ਖਾਦ, ਚਾਰੇ ਅਤੇ ਦਾਣਿਆਂ ਲਈ ਕੀਤੀ ਜਾਂਦੀ ਹੈ। ਹੁਣ ਦੀ ਬਿਜਾਈ ਦਾਣਿਆਂ ਲਈ ਹੈ। HG 365, ਗੁਆਰਾ 80 ਅਤੇ ਅਗੇਤਾ ਗੁਆਰਾ 112 ਸਿਫਾਰਿਸ਼ ਕੀਤੀਆਂ ਕਿਸਮਾਂ ਹਨ। ਅਗੇਤਾ ਗੁਆਰਾ 112 ਕਿਸਮ ਤੋਂ ਕੋਈ 8 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੁੰਦਾ ਹੈ। ਕਿਸਾਨ ਵੀਰੋ, HG 365 ਕਿਸਮ ਪੱਕਣ ਵਿੱਚ ਕੇਵਲ 105 ਦਿਨ ਲੈਂਦੀ ਹੈ, ਪਰ ਇਸ ਦਾ ਝਾੜ 5 ਕੁਇੰਟਲ ਰਹਿ ਜਾਂਦਾ ਹੈ। 1 ਏਕੜ ਵਿੱਚ 10 ਕਿਲੋ ਬੀਜ ਦੀ ਵਰਤੋਂ ਕਰੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 17 ਕਿਲੋ ਯੂਰੀਆ ਅਤੇ 120 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਡਰਿਲ ਕਰੋ। ਢੈਂਚਾ ਜਾਂ ਜੰਤਰ ਦੀ ਵਰਤੋਂ ਹਰੀ ਖਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਲੋੜ ਵੇਲੇ ਇਸ ਦਾ ਬੀਜ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਕਿਸਾਨ ਵੀਰੋ, ਅਗਲੇ ਸਾਲ ਦੀ ਬਿਜਾਈ ਲਈ ਕੁਝ ਰਕਬੇ ਵਿੱਚ ਢੈਂਚੇ ਦੀ ਖੇਤੀ ਕਰਕੇ ਬੀਜ ਬਣਾਇਆ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਢੈਂਚਾ 1 ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ 1 ਏਕੜ ਵਿੱਚ 10 ਕਿਲੋ ਬੀਜ ਪਾਵੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬੀਜਣ ਸਮੇਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। 1 ਮਹੀਨੇ ਪਿੱਛੋਂ ਗੋਡੀ ਕਰੋ। ਵੱਧ ਸਮਾਂ ਲੈਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਦੀ ਲਵਾਈ ਇਸ ਹਫ਼ਤੇ ਪੂਰੀ ਕਰ ਲੈਣੀ ਚਾਹੀਦੀ ਹੈ। ਸੋ ਕਿਸਾਨ ਵੀਰੋ, ਇਹ ਸੀ ਇਸ ਹਫ਼ਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰ ਦੇ ਵਿੱਚ ਅਗਲੇ ਹਫ਼ਤੇ ਕੁਝ ਹੋਰ ਜਾਣਕਾਰੀਆਂ ਦੇ ਨਾਲ ਤੇ ਇੱਕ ਵਿਸ਼ੇਸ਼ ਸੂਚਨਾ ਹੋਰ। ਜਿਨ੍ਹਾਂ ਕਿਸਾਨ ਵੀਰਾਂ ਨੇ ਅਜੇ ਤੱਕ ਪੰਜਾਬ ਐਗਰੋਸ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਦੇਸ਼ਾਂ ਵਿਦੇਸ਼ਾਂ ਵਾਦੇ ਪੰਜਾਬੀ ਨੂੰ ਤੁਹਾਡੇ ਆਪਣੇ ਬਾਲ ਮੁਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰਸ ਵੇਖਣਾ ਨਹੀਂ ਭੁੱਲਣਾ ਹਰ ਸ਼ਨੀਵਾਰ ਸ਼ਾਮ 5:30 ਵਜੇ DD ਪੰਜਾਬੀ ਤੋਂ, ਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ 5 ਰਿਵਰਸ। ਉਹ ਜ਼ਹਿਰਾ ਮੁਕਤ ਤਾਂ ਖੇਤੀ ਵੀਰੋ ਆ ਜੋ ਰਲੇ ਬਣਾਈਏ, ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ, ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ।